ਹੁਣ दो सवाल आ डॉक्टर साहब, एक तो जिहड़ा यह प्रोजैक्ट आ 16 मिलियन ओवर बजट चला गया ते दूसरा 3 साल लेट आ। देर आए दुरुस्त आए कहते हुंदे आ। हाँ जी, ये जिहड़ा वैनकूवर आइलैंड ते ना छोटा जिहा 1.5 किलोमीटर का प्रोजेक्ट आ। ਜਦੋਂ ਇਹਨਾਂ ਦੀ ਸਰਕਾਰ ਸੀ ਉਸ ਸਰਕਾਰ ਨੇ ਇਹਨਾਂ ਯੂਨੀਅਨਸ ਦੇ ਪੈਸੇ ਵਧਾਏ, ਕਿਉਂਕਿ ਫਰਕ ਹੈ ਨਾ ਇਹਨਾਂ ਦੇ ਦਿਮਾਗ ਦੇ ਵਿੱਚ ਹੈ ਕਿ ਇਹਨਾਂ ਨੂੰ ਯੂਨੀਅਨ ਵਾਲਿਆਂ ਨੂੰ ਦੇਣੇ। हाँ जी, ਪੈਸੇ ਤਾਂ ਐਕਚੁਅਲੀ ਯੂਨੀਅਨ ਨੂੰ ਮਿਲ ਰਹੇ ਆ, ਉਹ ਦੂਜਿਆਂ ਨੂੰ ਨਹੀਂ ਮਿਲ ਰਹੇ। ਹੋਣਾ ਤਾਂ ਇਹ ਚਾਹੀਦਾ ਸੀ ਕਿ ਇੱਕ ਹਾਈਵੇ ਆ, ਅੱਗੇ ਹਾਈਵੇ ਦੇ ਨਾਲ ਜਿੰਨੀਆਂ ਵੀ ਲੇਨਸ ਜਾਂਦੀਆਂ ਤੁਹਾਡੇ ਇੱਥੇ ਬ੍ਰਿਜ ਦੇ ਵਿੱਚੋਂ, ਇਹ ਲੇਨ ਜਾ ਕੇ ਹਾਈਵੇ ਦੇ ਨਾਲ ਮਰਜ ਕਰਨ। ਤੁਸੀਂ ਵਿੱਚ ਬੱਤੀ ਲਾਤੀ ਹੈ, ਤੁਸੀਂ ਵਿੱਚ ਲਾਲ ਬੱਤੀਆਂ ਲਾਤੀਆਂ, ਟ੍ਰੈਫਿਕ ਖੜ ਜਾਂਦਾ। ਅੱਛਾ, ਉਹਦੇ ਵਿੱਚ ਵੀ ਹੋ ਸਕਦਾ ਪਹਿਲਾਂ ਹੀ ਇਹਨੇ ਹੀਰਾਫੇਰੀ ਕੀਤੀ ਹੋਵੇ ਮਨ ਦੇ ਵਿੱਚ। मिनिस्ट्री ऑफ ट्रांसपोर्टेशन एंड इंफ्रास्ट्रक्चर अनुसार 1.5 किलोमीटर कैनेडी हिल सैक्शन ते 90% तक काम आ जो मुकम्मल हो चुकिया ते इस फॉल दे विच जिहड़ा 2-वे ट्रैफिक आ दोबारा खोलण दी पूरी उम्मीद आ। ते मिनिस्ट्री दे स्पोक्सपर्सन ने कहा कि रेस्ट एरिया समेत सड़क दे बाहर मुकम्मल होण दा काम आ जिहड़ा सर्दियां दे महीनिਆਂ ਦੇ ਵਿੱਚ ਵੀ जारी ਰਹੂਗਾ। ਹੁਣ दो सवाल आ डॉक्टर साहब, एक तो जिहड़ा यह प्रोजैक्ट आ 16 मिलियन ओवर बजट चला गया ते दूसरा 3 साल लेट आ, की कहना चाहोगे? देर आए दुरुस्त आए कहते हुंदे आ। हाँ जी, ਇਹ ਜਿਹੜਾ ਵੈਨਕੂਵਰ ਆਈਲੈਂਡ ਤੇ ਨਾ ਛੋਟਾ ਜਿਹਾ 1.5 ਕਿਲੋਮੀਟਰ ਦਾ ਪ੍ਰੋਜੈਕਟ ਆ, ਉਹ ਇੱਕ ਐਗਜ਼ਾਮਪਲ ਹੈ ਕਿ ਕਿੱਦਾਂ ਸਰਕਾਰਾਂ ਜਿਹੜਾ ਸਾਡਾ ਪੈਸਾ, ਟੈਕਸ ਪੇਅਰ ਦਾ ਪੈਸਾ ਕਿਵੇਂ ਸਮਝਦੇ ਕਿ ਇਹ ਸਮਝਦੇ ਕਿ ਸਾਡੇ ਲਈ ਚੋਰਾਂ ਦੇ ਕੱਪੜੇ ਕਹਿੰਦੇ ਹੁੰਦੇ ਆ, ਡਾਂਗਾਂ ਦੇ ਕਾਜ। हाँ जी, ਇਦਾਂ ਵਰਤਦੇ ਆ। ਹੁਣ ਕੋਈ ਵੀ ਸਰਕਾਰ ਦਾ ਪ੍ਰੋਜੈਕਟ ਜਿਹੜਾ ਆ, ਜਿੱਦਾਂ ਇਹਦੀ ਬਾਰੇ ਗੱਲ ਕਰਦੇ ਆ, ਹੁਣ 3 ਸਾਲ ਤਾਂ ਵੈਸੇ ਹੀ ਓਵਰ लेट ਆ। ਉਹ ਫਿਰ $16 ਮਿਲੀਅਨ, ਛੋਟਾ ਜਿਹਾ 1.5 ਕਿਲੋਮੀਟਰ ਦਾ ਪ੍ਰੋਜੈਕਟ ਆ, $16 ਮਿਲੀਅਨ ਓਵਰ ਬਜਟ ਹੋ ਚੁੱਕਾ। हाँ जी, ਅਜੇ ਵੀ ਜਿਹੜੀਆਂ ਰੈਸਟ ਏਰੀਆ ਵਗੈਰਾ ਬਣਨੇ ਨਾ, ਉਹ ਕਹਿੰਦੇ ਕਿ ਅਸੀਂ ਫਾਲ ਦੇ ਵਿੱਚ ਬਣਾ ਲਵਾਂਗੇ जी, ਮਤਲਬ 3 ਸਾਲ ਇਨਫ ਨਹੀਂ ਹੋਏ ਹਾਲੇ। हाँ जी, ਤੇ ਇਹ ਚੱਲ ਰਹੀ ਹੈ। ਇਹਦੇ ਵਿੱਚੋਂ ਤੁਸੀਂ ਜਿੰਨੇ ਵੀ ਪ੍ਰੋਜੈਕਟ ਦੇਖਦੇ ਆ, BC ਦੇ ਵਿੱਚ ਦੇਖ ਲਓ, ਹੋਰ ਜਗ੍ਹਾ ਤੇ ਦੇਖ ਲਓ, ਪੈਸੇ ਪਹਿਲਾਂ ਟੈਂਡਰ ਤਾਂ ਹੀ ਤੁਸੀਂ ਲੈਂਦੇ ਆ ਤਾਂ ਕਿ ਤੁਹਾਨੂੰ ਕੰਪਨੀ ਦੱਸ ਦੇਵੇ ਕਿ ਸਾਡਾ ਇੰਨੇ ਸਮੇਂ ਦੇ ਵਿੱਚ ਅਸੀਂ ਇਹ ਪ੍ਰੋਜੈਕਟ ਕੋਈ ਇੰਨੇ ਪੈਸੇ ਦੇ ਵਿੱਚ ਖਤਮ ਕਰਾਂਗੇ। जी बिल्कुल, ਤਾਂ ਹੀ ਟੈਂਡਰ ਮਿਲਦੇ ਤੁਹਾਨੂੰ। जी, ਤੇ ਜਦੋਂ ਮਿਲ ਜਾਂਦੇ ਉਹਨਾਂ ਨੂੰ ਟੈਂਡਰ, ਤੇ ਉਸ ਤੋਂ ਬਾਅਦ ਫਿਰ ਐਕਸਟੈਂਸ਼ਨ ਸ਼ੁਰੂ ਹੋ ਜਾਂਦੀ ਹੈ। ਉਹ ਕਹਿਣਗੇ ਕਿ 1.5 ਦੀ ਨਹੀਂ 2 ਸਾਲਾਂ 'ਚ ਖਤਮ ਕਰਾਂਗੇ, ਇਹ 200 ਮਿਲੀਅਨ 'ਚ ਨਹੀਂ, ਅਸੀਂ 300 ਮਿਲੀਅਨ 'ਚ ਖਤਮ ਕਰਾਂਗੇ। ਆ ਸਾਡੇ ਇੱਥੇ ਸਰੀ ਦੇ ਵਿੱਚ ਹੀ ਪਿੱਛੇ ਸਪੋਰਟਸ ਤੇ ਲੀਜਰ ਸੈਂਟਰ ਬਣਿਆ ਹੈ ਕਲੋਵਰਡੇਲ ਦੇ ਵਿੱਚ, ਉਹਦੀ ਵੀ ਇਹੀ ਚੱਲਦੀ ਸੀ ਗੱਲ, ਐਕਸਟੈਂਸ਼ਨ ਤੇ ਉਸ ਤੋਂ ਬਾਅਦ ਪੈਸੇ ਤੇ ਪੈਸਾ। जी डॉक्टर साहब देखो, ये पहला पूरी स्टडी करके नहीं सबमिट करते हैगे। जो कोई भी प्रोजेक्ट दे उपर काम होने वाला हुंदा, ਉਹਦੇ ਉੱਪਰ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਨਾ ਕਿ ਕਿੰਨਾ ਸਮਾਂ ਲੱਗੂਗਾ, ਕਿੰਨਾ ਪੈਸਾ ਲੱਗੂਗਾ। ਉਹਦੇ ਤੋਂ ਬਾਅਦ ਜਿੱਦਾਂ ਹੁਣ ਤੁਸੀਂ ਮੈਂਸ਼ਨ ਵੀ ਕੀਤਾ ਕਿ 3 ਸਾਲ ਦੀ ਤੇ ਚਲੋ ਪਹਿਲਾਂ ਹੀ ਡਿਲੇ ਹੈਗੀ ਆ, ਇਹਦੇ ਤੋਂ ਜ਼ਿਆਦਾ ਵੀ ਹੋ ਸਕਦੀ ਆ। ਫਿਰ ਦੇਖੋ ਜਿਹੜਾ ਫੇਵਰਟਿਜ਼ਮ ਚੱਲਦਾ ਨਾ ਇੱਥੇ, ਹੁਣ NDP ਸਰਕਾਰ ਨੇ ਫੇਵਰਟਿਜ਼ਮ ਜਿਹੜਾ ਇਹਨਾਂ ਦਾ ਤਾਂ ਨੈਚੁਰਲ ਆ। ਪਹਿਲੀ ਗੱਲ ਹੈ ਕਿ ਯੂਨੀਅਨ ਵਾਲੀ ਕੋਈ ਵੀ ਕੰਸਟਰਕਸ਼ਨ ਕੰਪਨੀ ਜਿਹੜੀ ਜਿਹਦੇ ਵਿੱਚ ਯੂਨੀਅਨ ਹੋਵੇ, ਤਾਂ ਕਿ ਇਹਨਾਂ ਦੇ ਵੀ ਪੈਸੇ ਬਣਨ ਗਾਹਾਂ। ਇਹਨਾਂ ਦੇ ਜਿੰਨੇ ਹੀ ਹਾਰਨੇ ਅਗਲੀ ਵਾਰ ਨੂੰ MLA ਤੁਸੀਂ ਦੇਖਿਓ, ਉਹਨਾਂ ਦੀ ਬਾਤ ਲੋਕੀ ਦੇਖਣੋਂ ਹਟ ਜਾਂਦੇ। ਵੈਸੇ ਸਿਆਸਤ ਆ ਦੇਖਣ ਵਾਲੀ ਗੱਲ ਹੁੰਦੀ ਹੈ ਕਿ ਇਹ ਜਾਂਦੇ ਕਿੱਥੇ ਆ ਬਾਅਦ ਦੇ ਵਿੱਚ, ਰਿਟਾਇਰਮੈਂਟ ਤੋਂ ਬਾਅਦ ਕਿੱਥੇ ਜਾਂਦੇ ਆ, ਹਾਰ ਕੇ ਕਿੱਥੇ ਜਾਂਦੇ ਆ। ਮੋਸਟਲੀ ਇਹ ਯੂਨੀਅਨ ਦੇ ਦਫ਼ਤਰਾਂ ਦੇ ਵਿੱਚ ਕੰਮ ਕਰਦੇ ਫਿਰ ਬਾਅਦ ਦੇ ਵਿੱਚ। ਪਹਿਲਾਂ ਹੀ ਪੱਕਾ ਕਰ ਜਿਨ੍ਹਾਂ ਲੈਂਦੇ ਆ। ਨੇ ਯੂਨੀਅਨ ਲਈ ਕਦੇ ਹੱਥ ਚੱਕ ਕੇ ਨਹੀਂ ਦੇਖਿਆ ਹੈ ਨਾ, ਇਹਨਾਂ ਨੂੰ ਉਹ ਪੈਸੇ ਯੂਨੀਅਨ ਵੱਲੋਂ ਦੇਣ ਲਈ ਇੱਕ ਕੋਈ ਨਾ ਕੋਈ ਨੌਕਰੀ ਕੱਢ ਦਿੰਦੇ ਵੀ ਤੂੰ ਦਫ਼ਤਰ 'ਚ ਆ ਕੇ ਬਹਿ ਜਾਈਂ
ਤੇ ਤੈਨੂੰ ਇੰਨੇ ਪੈਸੇ ਦੇ ਦਿਆਂਗੇ। ਜੌਬ ਕ੍ਰੀਏਟ ਕੀਤੀ ਜਾਂਦੀ ਆ। ਇਹਦਾ ਮਤਲਬ ਹੁੰਦਾ ਹੈ ਕਿ ਜਦੋਂ ਇਹਨਾਂ ਦੀ ਸਰਕਾਰ ਸੀ, ਉਸ ਸਰਕਾਰ ਨੇ ਇਹਨਾਂ ਯੂਨੀਅਨਸ ਦੇ ਪੈਸੇ ਵਧਾਏ ਆ, ਇਹਨਾਂ ਨੂੰ ਪੈਸੇ ਦਿੱਤੇ ਆ। ਜਿਵੇਂ ਆਹ ਸਾਡੇ ਪਟੋਲੋ ਬ੍ਰਿਜ ਤੇ ਕੰਮ ਚੱਲਦਾ ਹੈ, ਹੁਣ ਬਿਡਿੰਗ ਜਿਹੜੀ ਲੈਂਦੇ ਆ, ਦੁਨੀਆ ਭਰ ਦੇ ਵਿੱਚ ਬਿਡਿੰਗ ਦਾ ਇੱਕੋ ਹੀ ਪ੍ਰੋਸੈਸ ਆ ਕਿ ਤੁਸੀਂ ਕਮ ਸੇ ਕਮ 3 ਬਿਡਿੰਗ ਲੈਣੀਆਂ ਹੁੰਦੀਆਂ, 3 ਕੰਪਨੀਆਂ ਵੱਲੋਂ। ਉਹਨਾਂ ਦਾ ਦੇਖਣਾ ਹੁੰਦਾ, ਕਾਸਟ ਦੇਖਣੀ ਹੁੰਦੀ ਹੈ। ਪਹਿਲਾਂ ਤਾਂ ਕਾਸਟ ਕੱਲੀ ਚੀਜ਼ ਜਿਹੜੀ ਤੁਸੀਂ ਨਹੀਂ ਦੇਖ ਸਕਦੇ, ਇਹਦੇ ਵਿੱਚ ਦੇਖਣਾ ਹੁੰਦਾ ਮਟੀਰੀਅਲ ਕਿੱਦਾਂ ਦਾ ਲਾਉਣਾ ਉਹਨਾਂ ਨੇ, ਫਿਰ ਦੇਖਣਾ ਹੁੰਦਾ ਉਹਨਾਂ ਨੇ ਵੀ ਕਿੰਨੇ ਸਮੇਂ ਦੇ ਵਿੱਚ ਖਤਮ ਕਰ ਦਿਓਗੇ ਤੁਸੀਂ। ਇਹ 2 ਗੱਲਾਂ ਜ਼ਿਆਦਾ ਇੰਪੋਰਟੈਂਟ ਹੈ। ਨਾਲ ਹੋਰ ਵੀ ਗੱਲਾਂ ਇੰਪੋਰਟੈਂਟ ਹੈ ਵੀ ਸਰਵਿਸ ਕਿੱਦਾਂ ਦੇਣੀ, ਉਸ ਤੋਂ ਬਾਅਦ ਕਿਹੋ ਜਿਹਾ ਮਟੀਰੀਅਲ ਯੂਜ਼ ਕਰਨਾ, ਤੇ ਅੱਗੇ ਪਹਿਲਾਂ ਤੁਸੀਂ ਕਿਹੜੇ ਪ੍ਰੋਜੈਕਟ ਖਤਮ ਕੀਤੇ ਆ, ਅੱਗੇ ਕਿਹੜੇ ਖਤਮ ਕਰਨੇ ਆ। ਪਰ ਇਹ ਸਾਰੀਆਂ ਗੱਲਾਂ ਦੇਖਣ ਤੋਂ ਪਹਿਲਾਂ ਇਹਨਾਂ ਨੇ ਪਟੋਲੋ ਬ੍ਰਿਜ ਤੇ ਇਹ ਦੇਖਿਆ ਕਿ ਜਿਹੜੀ ਵੀ ਕੰਪਨੀ ਨੇ ਬਿਡ ਕਰਨੀ ਹੈ, ਕੀ ਉਹਨਾਂ ਦੇ ਕੋਲ ਯੂਨੀਅਨ ਹੈ ਜਾਂ ਨਹੀਂ ਹੈ। ਜੇ ਆਮ ਕੰਪਨੀ ਨੇ 25 ਮਿਲੀਅਨ ਦੇ ਦਿੱਤਾ ਨਾ, ਤੇ ਯੂਨੀਅਨ ਨੇ 50 ਮਿਲੀਅਨ ਦੇ ਦਿੱਤਾ, ਆਪਣੇ ਉਹਨਾਂ ਨੇ ਕਿਹਾ ਕਿ ਅਸੀਂ 50 ਮਿਲੀਅਨ ਖਰਚਾਂਗੇ, ਇਹਨਾਂ ਨੇ 50 ਮਿਲੀਅਨ ਨਾਲ ਇਹਨੂੰ ਦੇਣੇ ਆ। ਕਿਉਂਕਿ ਫਰਕ ਹੈ ਨਾ ਇਹਨਾਂ ਦੇ ਦਿਮਾਗ ਦੇ ਵਿੱਚ ਹੈ ਕਿ ਇਹਨਾਂ ਨੂੰ ਯੂਨੀਅਨ ਵਾਲਿਆਂ ਨੂੰ ਦੇਣੇ। ਹਾਂਜੀ, ਪੈਸੇ ਤਾਂ ਐਕਚੁਅਲੀ ਯੂਨੀਅਨ ਨੂੰ ਮਿਲ ਰਹੇ ਆ, ਉਹ ਦੂਜਿਆਂ ਨੂੰ ਨਹੀਂ ਮਿਲ ਰਹੇ। ਜਿਹੜੀ ਕੰਸਟਰਕਸ਼ਨ ਇੰਡਸਟਰੀ ਆ, ਉਹ ਯੂਨੀਅਨ ਵਾਲੀ ਨੂੰ, ਉਹ ਖੁਦ ਕੰਪਨੀਆਂ ਕਈ ਚਾਹੁੰਦੀਆਂ ਕਿ ਸਾਡੇ ਯੂਨੀਅਨ ਬਣੇ। ਯੂਨੀਅਨ ਬਣਦੇ ਬਹੁਤ ਫਾਇਦੇ ਵੀ ਹੁੰਦੇ ਆ ਕੰਪਨੀਆਂ ਨੂੰ। ਹਾਂਜੀ, ਹੁਣ ਆਟੋ ਇੰਡਸਟਰੀ ਜਿਹੜੀ ਚੱਲਦੀ ਆ ਇੱਥੇ ਅੰਟੇਰੀਓ ਦੇ ਵਿੱਚ, ਹੋਂਡਾ ਵਾਲਿਆਂ ਨੇ ਜਦੋਂ ਪਹਿਲਾਂ ਪਲਾਂਟ ਲਾਉਣਾ ਸੀ, ਉਹ ਪਹਿਲੀ ਸ਼ਰਤ ਇਹੀ ਮੰਨੇ ਵੀ ਅਸੀਂ ਯੂਨੀਅਨ ਉੱਥੇ ਬਣਾਵਾਂਗੇ। ਉਹ ਇਸ ਕਰਕੇ ਕਿ ਯੂਨੀਅਨ ਦੇ ਵਿੱਚ ਜਦੋਂ ਬੰਦਾ ਚੱਲ ਗਿਆ ਨਾ, ਤੁਹਾਡੇ ਤੋਂ ਕੋਈ ਵੀ ਹੱਕ ਜਿਹੜੇ ਆ ਉਹ ਯੂਨੀਅਨ ਦੇ ਥਰੂ ਤੁਸੀਂ ਲੜ ਸਕਦੇ ਆ। ਫਾਰ ਐਗਜ਼ਾਮਪਲ, ਕੋਈ ਤੁਹਾਡੇ ਨਾਲ ਨਸਲੀ ਵਿਤਕਰਾ ਕਰੇ, ਹੁਣ ਸਭ ਤੋਂ ਪਹਿਲਾਂ ਤੁਸੀਂ ਹਿਊਮਨ ਰਾਈਟਸ ਕਮਿਸ਼ਨ ਕੋਲ ਜਾਂ ਬਾਹਰ ਕਿਤੇ ਕੋਰਟ ਦੇ ਵਿੱਚ ਨਹੀਂ ਜਾ ਸਕਦੇ। ਹਿਊਮਨ ਰਾਈਟਸ ਕਮਿਸ਼ਨ ਵੀ ਇਸੇ ਕਰਕੇ ਬਣਾਏ ਆ ਵੀ ਇਹ ਬੰਦਾ ਕੋਰਟ 'ਚ ਨਾ ਚੱਲ ਜਾਵੇ। ਸਿਟੀਜ਼ਨ ਨੂੰ ਇੱਕ ਨੂੰ ਪ੍ਰੀਵੈਂਟ ਕਰਨ ਲਈ ਹਿਊਮਨ ਰਾਈਟਸ ਕਮਿਸ਼ਨ ਬਣਾਏ ਹੋਏ। ਪਰ ਜੇ ਯੂਨੀਅਨ ਹੋਵੇ ਤਾਂ ਫਿਰ ਉਹ ਯੂਨੀਅਨ ਦੇ ਆਪਣਾ ਪ੍ਰੋਸੈਸ ਹੁੰਦਾ। ਉਹਨਾਂ ਨੂੰ ਮੌਜ ਲੱਗ ਜਾਂਦੀ ਹੈ ਕਿ ਸਾਨੂੰ ਇਹ ਕੋਰਟ ਦੇ ਵਿੱਚ ਸੂ ਨਹੀਂ ਕਰਨ ਜੋਗੇ ਹੋਣੇ, ਕਿਉਂਕਿ ਇਹਨਾਂ ਦੇ ਵਿੱਚ ਯੂਨੀਅਨ ਆ ਜਾਂਦੀ ਹੈ। ਸੋ ਫਾਇਦਾ ਹੁੰਦਾ ਕੰਪਨੀਆਂ ਨੂੰ, ਇਹ ਲੋਕਾਂ ਦੇ ਮਨ ਦੇ ਵਿੱਚ ਹੀ ਹੈ ਵੀ ਇਹਨਾਂ ਨੂੰ ਕੰਪਨੀਆਂ ਨੂੰ ਫਾਇਦਾ ਨਹੀਂ ਹੁੰਦਾ, ਉਹਨਾਂ ਨੂੰ ਬਹੁਤ ਫਾਇਦਾ ਹੁੰਦਾ। ਹੁਣ ਇੱਕ ਡੈਮ ਸੀ ਚੱਲਦਾ ਇੱਥੇ BC ਦੇ ਨਾਰਥ ਦੇ ਵਿੱਚ, ਉਹਦੇ ਵਿੱਚ ਪਹਿਲਾਂ 8 ਬਿਲੀਅਨ ਦੀ ਪ੍ਰੋਜੈਕਸ਼ਨ ਸੀ, ਅੱਜ ਦੇ ਦਿਨ ਦੇ ਵਿੱਚ 16 ਬਿਲੀਅਨ ਦਾ ਹੋ ਗਿਆ, ਡਬਲ ਕਰਤਾ। ਮਤਲਬ 1 ਬਿਲੀਅਨ ਦੇਖੋ ਕਿੰਨਾ ਹੁੰਦਾ ਹੈ। ਹਾਂਜੀ, 1000 ਮਿਲੀਅਨ ਡਾਲਰ ਜੀ। ਸੋ 8000 ਮਿਲੀਅਨ ਡਾਲਰ ਓਵਰ ਬਜਟ ਹੋ ਗਿਆ ਜੀ। ਫਿਰ ਉਹਦੇ ਟਾਈਮਿੰਗ ਦੀ ਅਜੇ ਤਾਂ ਕੁਝ ਨਹੀਂ ਪਤਾ ਨਾ, ਕੱਲਾ ਪ੍ਰੋਜੈਕਟ ਤੁਸੀਂ ਦੇਖ ਲਓ ਇਹਨਾਂ ਦੇ ਕਿਸੇ ਵੀ ਸਰਕਾਰ ਦਾ। ਆ ਪਿੱਛੇ ਜਿਹੀ ਹੁਣ ਜਿਹੀ ਹੋਇਆ ਸੀ, ਇਹਨਾਂ ਨੇ ਇੱਕ ਸੌਫਟਵੇਅਰ ਖਰੀਦਿਆ ਹੋਇਆ ਸੀ ਮੈਨੇਜਮੈਂਟ ਲਈ, ਤੇ ਉਹਦੇ ਵੀ ਉਹੀ ਪ੍ਰੋਬਲਮ, ਟਾਈਮ ਸਿਰ ਨਹੀਂ ਆਇਆ ਤੇ ਓਵਰ ਬਜਟ ਸੀ। ਕਈ ਪ੍ਰੋਜੈਕਟ ਅੱਗੇ ਤਾਂ ਹੁੰਦੇ ਸੀ ਵੀ ਕੰਸਟਰਕਸ਼ਨ ਦੇ ਵਿੱਚ ਹੀ ਜ਼ਿਆਦਾ ਪੈਸੇ ਬਣਦੇ ਆ, ਅੱਜ ਕੱਲ੍ਹ ਸੌਫਟਵੇਅਰ ਬਹੁਤ ਪੈਸੇ ਚੱਲਦੇ ਆ। ਹਾਂਜੀ, ਇਹਦੇ ਵਿੱਚ ਹੇਰਾਫੇਰੀ ਵੀ ਬੜੀ ਚੱਲਦੀ ਹੈ ਨਾ। ਹੇਰਾਫੇਰੀ ਤਾਂ ਡਾਕਟਰ ਸਾਹਿਬ ਹਰ ਜਗ੍ਹਾ ਤੇ ਹੀ ਆ ਹੁਣ। ਨਹੀਂ, ਇਹ ਤਾਂ ਅਫੀਸ਼ੀਅਲ ਹੇਰਾਫੇਰੀ ਹੈ ਜੀ। ਸਰਕਾਰ ਉਹਨੂੰ ਸਰਕਾਰ ਵੱਲੋਂ ਮਨਜ਼ੂਰੀ ਮਿਲਦੀ ਹੈ ਨਾ, ਲੀਗਲ ਸਮਝ ਲਓ। ਇਹ ਲੀਗਲ ਹੇਰਾਫੇਰੀ। ਕੋਈ ਵੀ ਪ੍ਰੋਜੈਕਟ ਜਿਹੜਾ ਤੁਹਾਡਾ ਟਾਈਮ ਤੇ ਨਹੀਂ ਚੱਲਣਾ, ਇੱਕ ਵਾਰੀ ਸਾਰੇ ਜਿਹੜੇ ਪ੍ਰੋਸੈਸ ਅਸੀਂ ਯੂਜ਼ ਕਰਦੇ ਹਾਂ ਕਿ 3 ਬੈੱਡ ਲੈਣੀਆਂ ਆ, ਉਹਨਾਂ ਨੂੰ ਕੰਪੇਅਰ ਕਰਨਾ, ਘੱਟੋ ਘੱਟ 3 ਬੈੱਡ ਲੈਣੀਆਂ, ਜ਼ਿਆਦਾ ਵੀ ਲੈ ਸਕਦੇ ਤੁਸੀਂ। ਟੈਂਡਰ ਤਾਂ ਓਪਨ ਹੁੰਦਾ, ਟੈਂਡਰ ਤਾਂ 10 ਕੰਪਨੀਆਂ ਵੀ ਤੁਹਾਨੂੰ ਟੈਂਡਰ ਦੇ ਸਕਦੀਆਂ। ਹਾਂਜੀ, ਉਹਨਾਂ ਦੇ ਵਿੱਚੋਂ ਇਹੀ ਦੇਖਣਾ ਕਿ ਬੈਸਟ ਸਰਵਿਸ ਇਹਨਾਂ ਨੇ ਕਿਹਨੇ ਦੇਣੀ ਹੈ ਸਾਨੂੰ, ਤੇ ਬਾਅਦ ਦੇ ਵਿੱਚ ਕੀ ਕਰਦੇ ਆ, ਕਿੱਦਾਂ ਕਰਦੇ ਆ, ਕਿੱਦਾਂ ਕਿੱਕਬੈਕਸ ਚੱਲਦੀਆਂ, ਜਿਹੜੇ ਉਹਨਾਂ ਦੇ ਪੈਸੇ ਵੱਧਦੇ ਹੀ ਰਹਿੰਦੇ ਆ। ਉਹਨੂੰ ਪੁੱਛਣ ਵਾਲਾ ਸਰਕਾਰ ਨੂੰ ਵੀ ਪੁੱਛ ਸਕਦੇ ਤੁਸੀਂ ਕਿ ਭਾਈ ਤੁਸੀਂ ਪਹਿਲਾਂ ਜਦੋਂ ਇਹਨਾਂ ਨੂੰ ਕੰਟਰੈਕਟ ਦਿੱਤਾ ਸੀ, ਉਦੋਂ ਪੈਸੇ ਨਹੀਂ ਸੀ ਤੈਅ ਕੀਤੇ,
ਇਹ ਕਿੱਦਾਂ ਦਾ ਕੰਟਰੈਕਟ ਹੋ ਗਿਆ? ਤੁਸੀਂ ਪਹਿਲਾਂ ਕੰਟਰੈਕਟ ਦੇਤਾ ਤਾਂ ਹਰੇਕ ਸਾਲ ਉਹ ਹੀ ਕਹੀ ਜਾਂਦੇ ਆ 50 ਮਿਲੀਅਨ ਹੋਰ ਦੇ ਦਿਓ ਜੀ, 50 ਮਿਲੀਅਨ ਹੋਰ ਦੇ ਦਿਓ। ਤੇ ਇਹ ਸਮਝਦੇ ਆ ਕਿ ਟੈਕਸ ਪੇਅਰ ਦਾ ਪੈਸੇ ਆ, ਅਸੀਂ ਸਾਡੀ ਕਿਹੜੀ ਜੇਬ ਚੋਂ ਜਾਂਦੇ ਆ ਜੀ, ਤੇ ਉਹਨਾਂ ਨੂੰ ਦੇ ਦੇਣਾ। ਕੋਈ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਪਰ ਡਾਕਟਰ ਸਾਹਿਬ ਕੁਛ ਨਾ ਕੁਛ ਤਾਂ ਇਹੋ ਜਿਹਾ ਹੋਣਾ ਚਾਹੀਦਾ ਜਿੱਥੇ ਇਹ ਜਵਾਬਦੇਹ ਹੋਣ। ਜੇਕਰ ਕਿਸੇ ਨੇ ਵੀ ਆਪਣਾ ਪ੍ਰੋਜੈਕਟ ਦਾ ਟੈਂਡਰ ਲਿਆ ਹੁੰਦਾ ਹੈਗਾ ਜਾਂ ਕਿਸੇ ਦਾ ਐਕਸੈਪਟ ਹੋਇਆ ਹੁੰਦਾ, ਉਹਦੇ ਵਿੱਚ ਜਿਹੜਾ ਪ੍ਰੋਪਰ ਟਾਈਮ ਫਰੇਮ ਦਿੱਤਾ ਜਾਂਦਾ, ਜੇ ਉਸ ਟਾਈਮ ਫਰੇਮ ਦੇ ਵਿੱਚ ਕੰਮ ਨਹੀਂ ਹੁੰਦਾ ਤਾਂ ਉਹਦੇ ਲਈ ਕੋਈ ਨਾ ਕੋਈ ਜੁਰਮਾਨਾ, ਕੋਈ ਨਾ ਕੋਈ ਸਜ਼ਾ ਤਾਂ ਜ਼ਰੂਰ ਹੋਣੀ ਚਾਹੀਦੀ ਹੈ। ਤੇ ਜਦੋਂ ਓਵਰ ਬਜਟ ਵੀ ਜਾਂਦਾ, ਦੇਖੋ ਓਵਰ ਬਜਟ ਵੀ ਕਿੰਨੀ ਵੱਡੀ ਅਮਾਉਂਟ ਦੇ ਨਾਲ ਚਲਾ ਜਾਂਦਾ। ਜੇ ਇਦਾਂ ਹੋਵੇ ਤਾਂ ਫਿਰ ਸਾਰੇ ਮੰਤਰੀ ਉਦੋਂ ਬਾਅਦ ਜੇਲ੍ਹ 'ਚ ਬੈਠੇ ਹੋਣ ਜੀ। ਜੇ ਇਦਾਂ ਹੋਵੇ ਤਾਂ ਸਾਰੀਆਂ ਸਰਕਾਰਾਂ ਜਿੰਨੀਆਂ ਸਾਡੇ ਆਈਆਂ ਨਾ, ਇਹ ਸਾਰੇ ਦੇ ਸਾਰੇ ਕਿੰਗਸਟਨ ਪੈਨੀਟੈਂਸ਼ਰੀ ਦੇ ਵਿੱਚ ਬੰਦ ਹੋਣ ਜੀ, ਜੇ ਇਹ ਕਾਨੂੰਨ ਬਣ ਜਾਵੇ। ਹਾਂਜੀ, ਕਿ ਤੁਸੀਂ ਜਦੋਂ ਕਿਸੇ ਵੀ ਟੈਂਡਰ ਨੂੰ ਐਕਸੈਪਟ ਕਰਦੇ ਆ, ਫਿਰ ਉਸ ਤੋਂ ਬਾਅਦ ਦੇਖੋ ਤੁਸੀਂ ਆ ਐਲੈਕਸ ਫਰੇਜ਼ਰ ਤੇ ਜਾਂਦੇ ਨਾ, ਇਹ ਜਿਸ ਦਿਨ ਬਣਿਆ ਸੀ ਪਹਿਲੀ ਗੱਲ ਇਹ ਵੀ ਓਵਰ ਬਜਟ ਹੀ ਸੀ, ਓਵਰ ਟਾਈਮ ਤੇ ਬਣਿਆ ਸੀ। ਫਿਰ ਜਦੋਂ ਤੁਸੀਂ ਨਿਊ ਵੈਸਟ ਸਾਈਡ ਤੇ ਜਾਂਦੇ ਆ ਤੇ ਉੱਥੇ ਉਹਨਾਂ ਨੇ ਸਿਗਨਲ ਲਾਈਟਸ ਲਾਤੀਆਂ, ਤੇ ਜੇ ਤੁਸੀਂ ਔਰਲੇ ਪਾਸਿਓਂ ਜਾਂਦੇ ਸੀ ਤੇ ਕਾਰਾਂ ਰੁਕ ਜਾਂਦੀਆਂ ਸੀ, ਫਲੋ ਆਫ ਟ੍ਰੈਫਿਕ ਰੁਕ ਜਾਵੇ ਤੇ ਫਿਰ ਕਾਰਾਂ ਜਾਮ ਹੋ ਜਾਂਦੀਆਂ ਉੱਥੇ ਪਿੱਛੇ ਦੀ ਪਿੱਛੇ। ਹਾਂਜੀ, ਤੇ ਉਦੋਂ ਬਾਅਦ ਇਹਨਾਂ ਨੇ ਨੋਟਿਸ ਕੀਤਾ ਕਿ ਆਹ ਪ੍ਰੋਬਲਮ ਤਾਂ ਅਸੀਂ ਗਲ ਪਾ ਲਈ ਆ। ਹੋਣਾ ਤਾਂ ਇਹ ਚਾਹੀਦਾ ਸੀ ਕਿ ਇੱਕ ਹਾਈਵੇ ਆ, ਅੱਗੇ ਹਾਈਵੇ ਦੇ ਨਾਲ ਜਿੰਨੀਆਂ ਵੀ ਲੇਨਸ ਜਾਂਦੀਆਂ ਤੁਹਾਡੇ ਇੱਥੇ ਬ੍ਰਿਜ ਦੇ ਵਿੱਚੋਂ, ਇਹ ਲੇਨ ਜਾ ਕੇ ਹਾਈਵੇ ਦੇ ਨਾਲ ਮਰਜ ਕਰਨ ਤਾਂ ਕਿ ਟ੍ਰੈਫਿਕ ਮੂਵ ਹੋਵੇ। ਤੁਸੀਂ ਵਿੱਚ ਬੱਤੀ ਲਾਤੀ ਹੈ, ਤੁਸੀਂ ਵਿੱਚ ਲਾਲ ਬੱਤੀਆਂ ਲਾਤੀਆਂ, ਟ੍ਰੈਫਿਕ ਖੜ ਜਾਂਦਾ। ਅੱਛਾ, ਉਹਦੇ ਵਿੱਚ ਵੀ ਹੋ ਸਕਦਾ ਪਹਿਲਾਂ ਹੀ ਇਹਨੇ ਹੀਰਾਫੇਰੀ ਕੀਤੀ ਹੋਵੇ ਮਨ ਦੇ ਵਿੱਚ ਕਿ ਇਹਨਾਂ ਨੂੰ ਫਿਰ ਹੋਰ ਵੀ ਇੱਕ ਨਵਾਂ ਵੀ ਕੰਸਟਰਕਸ਼ਨ ਦਾ ਪ੍ਰੋਜੈਕਟ ਦੇਵਾਂਗੇ ਨਾ, ਵੀ ਤੁਸੀਂ ਹੁਣ ਇਹ ਹਟਾਓ। ਫਿਰ ਉਸ ਦੇਖੋ ਉਸੇ ਉਹਨਾਂ ਲਾਈਟਸ ਨੂੰ ਹਟਾਇਆ ਗਿਆ ਤੇ ਫਿਰ ਉੱਥੇ ਬਣਾਇਆ ਗਿਆ ਨਵਾਂ ਬ੍ਰਿਜ, ਜਿਹੜਾ ਉਹਦੇ ਐਕਸਟੈਂਸ਼ਨ ਮੋੜੇ ਜਿਹਦੀ ਤਾਂ ਕਿ ਇੱਕ ਸਿਗਨਲ ਲਾਈਟ ਦੀ ਲੋੜ ਨਾ ਪਵੇ। ਜਿਹੜੀ ਕਿ ਗੱਲ ਜਦੋਂ ਤੁਸੀਂ ਬਣਾਉਣ ਲੱਗੇ ਸੀ ਬ੍ਰਿਜ, ਉਦੋਂ ਹੀ ਸੋਚਣੀ ਚਾਹੀਦੀ ਸੀ ਜੀ। ਕਿਹੜਾ ਬੰਦਾ ਸੀ ਜਿਹਨੇ ਅਪਰੂਵਲ ਕੀਤੀ ਹੈ ਕਿ ਇਹ ਇੱਕ ਇਹੋ ਜਿਹਾ ਤੁਸੀਂ ਸਿਸਟਮ ਲੈ ਕੇ ਆਏ ਆ ਕਿ ਅਖੀਰ ਦੇ ਵਿੱਚ ਜਦੋਂ ਬਣ ਜਾਣਾ ਆ ਤਾਂ ਫੇਰ ਟ੍ਰੈਫਿਕ ਜਾਮ ਰਹਿਣਾ ਹੈ। ਇਹ ਤੁਸੀਂ ਪਹਿਲਾਂ ਨਹੀਂ ਸੋਚਦੇ ਜੀ। ਹੁਣ ਬਾਅਦ ਦੇ ਵਿੱਚ ਤਾਂ ਬੰਦੇ ਕਹਿੰਦੇ ਕਿ ਚਲੋ ਠੀਕ ਆ ਜੀ, ਇਹਨਾਂ ਨੇ ਸਿਗਨਲ ਲਾਈਟ ਲਾਤੀ ਤੇ ਇਹਨਾਂ ਨੇ ਨਵੇਂ ਬ੍ਰਿਜ ਬਣਾਤੇ ਉੱਥੇ। ਵੀ ਉਹਨਾਂ ਨੂੰ ਪੁੱਛਣ ਵਾਲੀ ਗੱਲ ਹੈਗੀ ਆ ਵੀ ਪਹਿਲਾਂ ਕਿਉਂ ਨਹੀਂ ਸੋਚਿਆ ਤੁਸੀਂ? ਹਾਂਜੀ, ਪ੍ਰੋਪਰ ਸਟੱਡੀ ਕੀਤੀ ਕਿਉਂ ਨਹੀਂ ਪਹਿਲਾਂ? ਉਹ ਮੰਤਰੀ ਜੇਲ੍ਹ 'ਚ ਨਹੀਂ ਚਾਹੀਦਾ? 100% ਚਾਹੀਦਾ ਡਾਕਟਰ ਸਾਹਿਬ। ਤਾਂ ਹੀ ਤਾਂ ਮੈਂ ਕਿਹਾ ਕਿ ਜਵਾਬਦੇਹੀ ਤਾਂ ਹੋਣੀ ਚਾਹੀਦੀ ਆ ਨਾ। ਫਿਰ ਜਦੋਂ ਟੈਂਡਰ ਦੀ ਗੱਲ ਕਰਦੇ ਆ, ਇਕੱਲਾ ਮੰਤਰੀ ਨਹੀਂ ਕਰਦਾ, ਇਹ ਸਾਰੀ ਕੈਬਨਿਟ ਅਪਰੂਵ ਕਰਦੀ ਹੈ। ਇਹ ਸਾਰੇ ਦੇ ਸਾਰੇ ਜਿੱਦਾਂ ਹੁਣ ਪਟਿਆਲੇ ਜੇਲ੍ਹ ਦੇ ਵਿੱਚ ਬੈਠੇ ਨਾ, ਤੇ ਇਹ ਵੀ ਇੱਥੇ ਕਿੰਗਸਟਨ ਦੇ ਵਿੱਚ ਬੈਠੇ ਹੋਣ। ਦੇਖੋ ਡਾਕਟਰ ਸਾਹਿਬ, ਸੈਲਫ ਇੰਟਰਸਟ ਸਭ ਦੇ ਜੁੜੇ ਹੁੰਦੇ ਆ, ਇਸ ਕਰਕੇ ਕੋਈ ਬੋਲਦਾ ਨਹੀਂ ਹੈਗਾ, ਇਸ ਕਰਕੇ ਕੋਈ ਸਵਾਲ ਨਹੀਂ ਕਰਦਾ। ਜਿੰਨਾ ਵੱਡਾ ਪ੍ਰੋਜੈਕਟ ਆ ਉਨੀ ਵੱਡੀ ਹੇਰਾਫੇਰੀ ਹੁੰਦੀ ਆ, ਉਨਾ ਵੱਡਾ ਵਿੱਚ ਕਹਿ ਲਓ ਘਪਲਾ ਹੀ ਕਹਿ ਸਕਦੇ ਆ ਆਪਾਂ ਤਾਂ, ਜਦੋਂ ਸਮਾਂ ਵਧਾ ਦਿੰਦੇ ਨੇ, ਪੈਸੇ ਵਧਾ ਦਿੰਦੇ ਨੇ। ਦੇਖੋ ਕਦੇ ਕਦਾਈ ਕਿਤੇ ਕਿਤੇ ਅਫੀਸ਼ੀਅਲਸ ਨੂੰ, ਕਰਮਚਾਰੀਆਂ ਨੂੰ ਕਿਤੇ ਫੜ ਲੈਂਦੇ ਆ, ਉਹ ਤੇ ਇਨਕੁਆਰੀ ਬਿਠਾ ਦਿੰਦੇ ਆ। ਪਿੱਛੇ ਜਿਹੇ ਇੱਕ ਵਾਰੀ ਅਫਗਾਨਿਸਤਾਨ ਦੇ ਵਿੱਚ ਇੱਕ ਤਾਂ ਨੇਟੋ ਦੀਆਂ ਫੋਰਸਸ ਸੀਗੀਆਂ ਨਾ, ਦੂਸਰਾ UN ਨੇ ਆਪਣੇ ਹਿਊਮੈਨਿਟੇਰੀਅਨ ਆਪਰੇਸ਼ਨ ਰੱਖਿਆ ਸੀ ਉੱਥੇ। ਹਰ ਤਰ੍ਹਾਂ ਦਾ ਜੋ ਵੀ ਕਰਦੇ ਸੀ, ਉਹ ਲੋਕਾਂ ਨੂੰ ਸਿਹਤ ਸੇਵਾਵਾਂ ਦੇਣੀਆਂ, ਲੋਕਾਂ ਲਈ ਕੁਝ ਐਜੂਕੇਸ਼ਨ ਫੈਸਿਲਿਟੀਜ਼ ਪ੍ਰੋਵਾਈਡ ਕਰਨੀਆਂ, ਜੇ ਉਹ ਜੋ ਵੀ ਕਰਦੇ ਸੀ, ਉਹ ਭੁੱਖਮਰੀ ਲਈ ਕੋਈ ਫੂਡ ਸਪਲਾਈ ਕਰਨਾ ਉਹਨਾਂ ਨੇ। ਤੇ UN ਦੇ ਕਾਫੀ ਵਰਕਰ ਉੱਥੇ ਕੰਮ ਕਰਦੇ ਸੀ, ਯੂਨਾਈਟਿਡ ਨੇਸ਼ਨ ਦੇ ਅੰਦਰ ਉਹਨਾਂ ਦਾ ਵੀ ਕਾਫੀ ਵੱਡਾ ਬਜਟ ਸੀ। ਤੇ ਉਹਨਾਂ ਨੇ ਇੱਕ ਪ੍ਰਪੋਜ਼ਲ ਦਿੱਤੀ ਕਿ ਸਾਨੂੰ ਚਾਹੀਦੇ ਆ ਪਿਕਅਪ ਟਰੱਕਸ, ਤਾਂ ਕਿ ਪਿਕਅਪ ਟਰੱਕਸ ਇੱਦਾਂ ਦੇ ਚਾਹੀਦੇ ਜਿਹੜੇ ਕਿ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਠੀਕ ਠਾਕ ਪਹੁੰਚ ਜਾਣ। ਇੱਕ ਬੰਦੇ ਨੇ ਸਿੱਧੇ ਤਰੀਕੇ ਨਾਲ, ਜਿਹੜਾ ਵੀ ਅਫੀਸ਼ੀਅਲ ਇੰਚਾਰਜ ਸੀ, ਉਹਨੇ
ਟੋਯੋਟਾ ਦੇ ਪਿਕਅਪ ਟਰੱਕ ਲੈ ਰਹੇ ਤੇ ਬਾਅਦ ਦੇ ਵਿੱਚ ਉਹਦੀ ਇਨਵੈਸਟੀਗੇਸ਼ਨ ਜਦੋਂ ਕੀਤੀ ਇਹਨਾਂ ਨੇ, ਉਹ ਕਹਿੰਦੇ ਕਿ ਜਿਹੜਾ ਬਿਡਿੰਗ ਪ੍ਰੋਸੈਸ ਹੈ ਨਾ, ਉਹ ਸਾਡਾ ਇਹ ਕਹਿੰਦਾ ਕਿ ਘੱਟੋ ਘੱਟ 3 ਬਿਡਸ ਲਾਓ ਤੁਸੀਂ, ਔਰ ਉਹਨਾਂ ਨੂੰ ਐਨਾਲਾਈਜ਼ ਕਰੋ ਕਿ ਕਿਸ ਬੰਦੇ ਦੀ ਕੀਮਤ ਘੱਟ ਹੈ, ਕਿਸ ਬੰਦੇ ਦੀ ਸਰਵਿਸ ਚੰਗੀ ਆ, ਕਿਹਦੀ ਵਹੀਕਲ ਜਿਹੜੀ ਆ ਉਹਦੀ ਬੁਨਿਆਦ ਚੰਗੀ ਆ। ਹਾਂਜੀ। ਸੋ ਤੁਸੀਂ ਤਾਂ ਦੇਖਿਆ ਹੀ ਨਹੀਂ, ਤੁਸੀਂ ਇੱਕ ਦੀ ਬੈੱਡ ਲੈ ਲਈ ਹੈ, ਬਸ ਟੋਯੋਟਾ ਦੀ ਬੈੱਡ ਲਈ ਆ ਤੇ ਪਿਕਅਪ ਖਰੀਦ ਲਿਆ। ਹੁਣ ਪਿਕਅਪ ਜਿਹੜੇ UNA ਖਰੀਦੇ ਹੋਣੇ ਆ, ਇੱਕ ਨਹੀਂ ਖਰੀਦਣਾ ਜੀ, ਉਹਨਾਂ ਨੇ ਤਾਂ 800-900 ਖਰੀਦਿਆ ਹੁਣ ਜੀ। ਉਹ ਕਹਿੰਦਾ ਵੀ ਮੈਨੂੰ ਪਤਾ ਆ, ਮੈਂ ਵੀ ਸਾਰੀ ਉਮਰ ਇਹ 'ਚ ਹੀ ਕੰਮ ਕਰਦਾ ਰਿਹਾ, ਜਿਹੜੀ ਇਨਕੁਆਇਰੀ ਹੋਈ ਉਸ ਤੋਂ ਬਾਅਦ। ਤੇ ਉਹ ਕਹਿੰਦਾ ਕਿ ਮੈਨੂੰ ਦੇਖੋ, ਮੈਨੂੰ ਵੀ ਪਤਾ ਵੀ 3 ਬੈੱਡ ਲੈਣੀਆਂ ਚਾਹੀਦੀਆਂ, ਪਰ ਮੈਂ ਤਾਂ ਇਹ ਦੇਖਿਆ ਇੱਥੇ ਵੀ ਇੰਨੇ ਮੁਲਕਾਂ ਦੀ ਇੱਥੇ ਨੇਟੋ ਫੋਰਸਿਸ ਆਈਆਂ ਆ, US ਵਾਲੇ ਜਿਹੜੇ ਉੱਤੋਂ ਗੋਲੀਆਂ ਚਲਾਉਂਦੇ ਆ, ਬੱਖੀਆਂ ਤੋਂ ਚਲਾਉਂਦੇ ਆ, ਥੱਲਿਓਂ ਚਲਾਉਂਦੇ ਆ, ਹਰ ਪਾਸਿਓਂ ਗੋਲੀਆਂ ਚੱਲਦੀਆਂ, ਮਿਸਲਾਂ ਚੱਲਦੀਆਂ। ਤੇ ਇੱਕ ਤਾਲਿਬਾਨ ਨੂੰ ਅਸੀਂ ਫੜਦੇ ਫਿਰਦੇ ਆ ਇੱਥੇ, ਤਾਂ ਸਾਡੇ ਅੱਜ ਤਾਈਂ ਉਹ ਹੱਥ ਨਹੀਂ ਆਉਂਦੇ। ਉਹਨਾਂ ਸਾਰਿਆਂ ਦੇ ਕੋਲ ਟੋਯੋਟਾ ਦੇ ਪਿਕਅਪ ਟਰੱਕ ਆ। ਕਹਿੰਦਾ ਮੈਂ ਮਰੇ ਹੋਏ ਤਾਲਿਬਾਨ ਤਾਂ ਦੇਖੇ ਆ ਮਿਸਲ ਦੇ ਨਾਲ, ਪਰ ਇਸ ਕਰਕੇ ਨਹੀਂ ਮਰੇ ਹੋਣੇ ਵੀ ਉਹਨਾਂ ਦੀ ਵਹੀਕਲ ਖੜ ਗਈ ਸੀ। ਹਾਂਜੀ। ਉਹ ਕਹਿੰਦਾ ਵੀ ਮੈਂ ਜਿਹੜੀ ਰਿਲਾਇਬਿਲਿਟੀ ਦੇਖੀ ਆ ਨਾ, ਉਹ ਇਸ ਪੱਖੋਂ ਦੇਖੀ ਕਿ ਜੇ ਇਹ ਬੰਦੇ ਜਿਨ੍ਹਾਂ ਨੂੰ ਇੰਨੇ ਲੋਕੀ ਮਾਰਦੇ ਫਿਰਦੇ ਆ, ਇੰਨੀਆਂ ਇਹਨਾਂ ਦੇ ਮਿਸਲਾਂ ਚੱਲਦੀਆਂ, ਇੰਨੇ ਬੰਬ ਚੱਲਦੇ ਆ, ਉਹਦੇ ਬਾਵਜੂਦ ਵੀ ਮੈਂ ਕਦੇ ਇਹਨਾਂ ਦਾ ਟਰੱਕ ਨਹੀਂ ਖੜਾ ਦੇਖਿਆ। ਬੰਦੇ ਮਰੇ ਦੇਖਿਆ ਕਹਿੰਦਾ, ਮੈਂ ਕਦੇ ਇਹਨਾਂ ਦਾ ਟਰੱਕ ਨਹੀਂ ਖੜਾ ਦੇਖਿਆ। ਕਹਿੰਦਾ ਇਸ ਕਰਕੇ ਮੈਂ ਲੈ ਲਈ ਸੀ, ਜਿਹੜੀ ਸਜ਼ਾ ਤੁਸੀਂ ਦੇਣੀ ਆ ਮੈਨੂੰ ਦੇ ਦਿਓ। ਫਿਰ ਉਹ ਬੰਦਾ ਜਿਹੜਾ ਇਨਕੁਆਇਰੀ ਦਾ ਹੈੱਡ ਸੀ, ਉਹ ਵੀ ਉਹਨਾਂ ਬੰਦਿਆਂ ਚੋਂ ਸੀ ਜਿਹਨੂੰ ਅਕਲ ਸੀ ਥੋੜ੍ਹੀ। ਉਹਨੇ ਕਿਹਾ, ਉਹਨੇ ਗੱਲ ਉਹਦੀ ਜਿਹੜੀ ਤਰਕ ਦਿੱਤਾ ਨਾ, ਦਲੀਲ ਦਿੱਤੀ ਉਸ ਬੰਦੇ ਨੇ, ਉਹ ਮੰਨ ਗਿਆ। ਉਹ ਕਹਿੰਦਾ ਵੀ ਤੇਰੀ ਗੱਲ ਤਾਂ ਹੈਗੀ ਹੈ ਬਹੁਤ ਠੀਕ, ਪਰ ਇਸ ਗੱਲ ਨੂੰ ਵੀ ਸਹੀ ਸਾਬਤ ਕੀਤਾ ਜਾ ਸਕਦਾ ਸੀ ਜੇ ਤੂੰ ਘੱਟੋ ਘੱਟ ਉਲੰਘਣਾ ਨਾ ਕਰਦਾ, ਕਿਉਂਕਿ ਸਾਡੇ ਰੂਲਸ ਹੈ ਨਾ, ਰੂਲਸ ਮਸਟ ਬੀ ਫਾਲੋਡ ਜੀ। ਸਾਡਾ ਰੂਲ ਇਹ ਆ ਕਿ ਘੱਟੋ ਘੱਟ 3 ਬੈੱਡ ਲੈਣੀਆਂ ਪੈਂਦੀਆਂ, ਤੇ ਉਹ ਰੂਲ ਤੂੰ ਵੀ ਲੈ ਲੈਂਦਾ, ਤੂੰ ਕਿਸੇ 2 ਕੰਪਨੀਆਂ ਨੂੰ ਹੋਰ ਕਹਿੰਦਾ, ਤਾਂ ਫਿਰ ਬਾਅਦ ਦੇ ਵਿੱਚ ਡਿਸਾਈਡ ਕਰ ਲੈਂਦਾ ਕਿ ਟੋਯੋਟਾ ਵਾਲਿਆਂ ਨੇ ਕੀਤਾ ਸੀ। ਮਤਲਬ ਉਹਦਾ ਮਤਲਬ ਸੀ ਵੀ ਸੈਰਾਮਨੀ ਤਾਂ ਪੂਰੀ ਕਰਦਾ ਨਾ। ਹਾਂਜੀ, ਜਿਹੜਾ ਇਹਨਾਂ ਦਾ ਹੈਗਾ ਪ੍ਰੋਸੈਸ, ਪ੍ਰੋਟੋਕਾਲ ਲਾ ਲਓ, ਵੀ ਉਹਨੂੰ ਤਾਂ ਪੂਰਾ ਕੀਤਾ ਜਾਂਦਾ। ਉਹ ਕਹਿੰਦਾ ਮੈਂ ਇਹਦੇ ਦਿਮਾਗ ਦੇ ਵਿੱਚ ਹੀ ਨਹੀਂ ਆਇਆ ਕਿ ਪ੍ਰੋਟੋਕਾਲ ਪੂਰਾ ਕੀਤੇ ਜਾਵੇ, ਸੈਰਾਮਨੀ ਪੂਰੀ ਕੀਤੀ ਜਾਵੇ, 3 ਬੈੱਡਸ ਲੈਣੀਆਂ। ਮੈਨੂੰ ਤਾਂ ਇਹ ਲੱਗਦਾ ਸੀ ਵੀ ਜਿਹੜੇ ਬੰਦਿਆਂ ਨੂੰ ਇੰਨੀਆਂ ਫੌਜਾਂ ਮਾਰਦੀਆਂ ਫਿਰਦੀਆਂ ਆ, ਉਹਨਾਂ ਦਾ ਮੈਂ ਪਿਕਅਪ ਟਰੱਕ ਕਦੇ ਅੜਿਆ ਨਹੀਂ ਦੇਖਿਆ, ਕਦੇ ਖੜਾ ਨਹੀਂ ਦੇਖਿਆ, ਕਦੇ ਵਿਗੜਿਆ ਨਹੀਂ ਦੇਖਿਆ, ਵੀ ਇਦਾਂ ਦਾ ਟਰੱਕ ਸਾਡੇ ਤੋਂ ਚਾਹੀਦਾ। ਉਹਨੇ ਆਪਣਾ ਲੌਜਿਕ ਬਣਾਇਆ ਤੇ ਉਹਦੇ ਹਿਸਾਬ ਨਾਲ ਐਕਟ ਕੀਤਾ। ਉਹ ਕਰ ਗਿਆ। ਹਾਂਜੀ। ਔਰ ਉਹਨੇ ਉਹ ਡਿਫੈਂਡ ਕੀਤਾ ਜੀ। ਉਹਦੀ ਸਜ਼ਾ ਤਾਂ ਹੋਈ, ਉਹਨੂੰ ਡਿਮੋਸ਼ਨ ਜੀ ਕੀਤੀ ਸੀ, ਉਹਨੂੰ ਥੋੜਾ ਜਿਹਾ ਵਾਰਨਿੰਗ ਦਿੱਤੀ, ਪਰ ਉਹਦਾ ਲੌਜਿਕ ਉਹਨਾਂ ਨੇ ਮੰਨ ਲਿਆ, ਉਹਨੇ ਦਲੀਲ ਮੰਨ ਲਈ ਕਿ ਵੀ ਤੇਰੀ ਦਲੀਲ ਠੀਕ ਸੀ, ਪਰ ਜਿੰਨਾ ਚਿਰ ਤੂੰ ਪ੍ਰੋਟੋਕਾਲ ਫਾਲੋ ਨਹੀਂ ਕਰਦਾ ਨਾ, ਜੇ ਰੈਗੂਲੇਸ਼ਨ ਜਿਹੜੇ ਨਹੀਂ ਫਾਲੋ ਕਰਦੇ, ਉਹਦੀ ਵੀ ਸਜ਼ਾ ਹੁੰਦੀ ਹੈ ਜੀ। ਉਹਦੀ ਸਜ਼ਾ ਉਹਨੂੰ ਮਿਲ ਗਈ। ਤੇ ਇੱਥੇ ਕੋਈ ਸਰਕਾਰਾਂ ਦੇ ਵਿੱਚ ਵੀ ਸਜ਼ਾ ਚਾਹੀਦੀ ਹੈ ਵੀ ਹਰ ਪ੍ਰੋਜੈਕਟ ਤੁਹਾਡਾ ਲੇਟ ਹੁੰਦਾ ਹੈ, ਹਰ ਇੱਕ ਪ੍ਰੋਜੈਕਟ ਤੁਹਾਡਾ ਓਵਰ ਬਜਟ ਹੁੰਦਾ ਹੈ। ਕਿਉਂ ਹੁੰਦਾ ਹੈ? ਥੋੜੇ ਜਿਹੇ ਕਾਂ ਟੰਗੇ ਹੋਣ ਨਾ, ਫਿਰ ਕਿਸੇ ਵੀ ਸਰਕਾਰ ਦਾ ਬਜਟ ਓਵਰ ਨਾ ਜਾਵੇ। ਜੀ ਡਾਕਟਰ ਸਾਹਿਬ, ਤੁਸੀਂ ਬਿਲਕੁਲ ਸਹੀ ਕਿਹਾ। ਸਰਕਾਰਾਂ ਨੂੰ ਅੱਗੇ ਆ ਕੇ ਕੋਈ ਨਾ ਕੋਈ ਅਜਿਹਾ ਕਾਨੂੰਨ, ਇਹੋ ਜਿਹਾ ਕੋਈ ਨਾ ਕੋਈ ਰੈਗੂਲੇਸ਼ਨ ਜ਼ਰੂਰ ਲੈ ਕੇ ਆਉਣਾ ਚਾਹੀਦਾ, ਜਦੋਂ ਕੋਈ ਵੀ ਬਜਟ ਓਵਰ ਹੁੰਦਾ ਕਿਸੇ ਵੀ ਚੀਜ਼ ਦਾ, ਜਾਂ ਫਿਰ ਸਮਾਂ ਜ਼ਿਆਦਾ ਲੱਗ ਜਾਂਦਾ, ਇਹਨਾਂ ਨੂੰ ਜਵਾਬਦੇਹ ਹੋਣਾ ਚਾਹੀਦਾ, ਲੈਣਾ ਚਾਹੀਦਾ ਜਵਾਬ, ਕਿਉਂਕਿ ਜਦੋਂ ਇਹ ਬਿਡਿੰਗ ਕਰਦੇ, ਪਰ ਇਹ ਸਾਰਾ ਜਿਹੜਾ ਪ੍ਰੋਸੈਸ ਹੈਗਾ ਕਰਪਟ ਹੀ ਹੈ ਡਾਕਟਰ ਸਾਹਿਬ। ਜਿਵੇਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਤੁਸੀਂ ਦੇਖਦੇ ਹੋ ਜਿਸ ਤਰੀਕੇ ਦੇ ਨਾਲ ਇਹ ਸਾਰਾ ਪ੍ਰੋਸੈਸ ਚੱਲਦਾ ਹੈਗਾ।